ਜੌਬ ਸਟੱਡੀ ਹੱਬ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਰਵੀ ਸਰ। ਅੱਜ ਅਸੀਂ ਫਿਰ ਇੱਕ ਵਾਰ ਗੱਲ ਕਰਾਂਗੇ ਜੀ ਆਪਣੇ ਜਿਹੜੇ MCQ ਮਾਡਰਨ ਇੰਡੀਆ ਦੇ ਚੱਲ ਰਹੇ ਸੀ ਉਸ ਦੇ ਬਾਰੇ। ਮਾਡਰਨ ਇੰਡੀਆ ਦੇ MCQ ਦੇ ਵਿੱਚ ਲੈਕਚਰ ਨੰਬਰ 3 ਹੈ। ਤਾਂ ਇਸ ਦੇ ਵਿੱਚ ਅਸੀਂ 20 MCQ 10-10 ਕਰਕੇ ਅਸੀਂ ਕਰ ਚੁੱਕੇ ਹਾਂ 2 ਵੀਡੀਓ ਦੇ ਵਿੱਚ। ਤਾਂ ਕਿ ਵੀਡੀਓ ਵੀ ਛੋਟੀ ਹੈ, ਜਦੋਂ 10 ਮਿੰਟ ਦਾ ਟਾਈਮ ਮਿਲੇ ਤੁਸੀਂ ਵੀਡੀਓ ਵੇਖ ਸਕਦੇ ਹੋ। ਤਾਂ ਆਪਣਾ ਨੈਕਸਟ ਅੱਜ ਜਿਹੜਾ ਕੁਐਸਚਨ ਹੈ ਉਹ ਦੇਖੋ। ਸਭ ਤੋਂ ਪਹਿਲਾਂ ਕਹਿੰਦੇ ਪਿਆ ਵੀ ਇਹਦੇ ਵਿੱਚ ਕਿਹੜੀ ਸਟੇਟਮੈਂਟ ਕਰੈਕਟ ਹੈ। ਕਰੈਕਟ ਮਤਲਬ ਸਹੀ ਸਟੇਟਮੈਂਟ ਕਿਹੜੀ ਹੈ। ਦਾ ਮਾਡਰਨ ਕੋਚੀ ਜਿਹੜਾ ਕਿ ਕੇਰਲਾ ਦੇ ਵਿੱਚ ਹੈ, ਇਹ ਡੱਚ ਕਲੋਨੀ ਰਿਹਾ ਸੀ ਜਦੋਂ ਇੰਡੀਆ ਆਜ਼ਾਦ ਹੋ ਗਿਆ ਸੀ, ਇੰਡੀਪੈਂਡੈਂਸ ਮਿਲੀ ਸੀ ਜਦੋਂ 1947 ਦੇ ਵਿੱਚ। ਤਾਂ ਇਸ ਤਰ੍ਹਾਂ ਦਾ ਕੋਈ ਵੀ ਫੈਕਟ ਸਾਡੇ ਸਾਹਮਣੇ ਕਦੇ ਨਹੀਂ ਅਸੀਂ ਪੜ੍ਹਿਆ, ਕਿਉਂਕਿ ਇਹ ਜ਼ਰੂਰ ਗੱਲ ਹੈ ਕਿ ਪੋਰਤਗੀਜ਼ ਨੂੰ ਡੱਚ ਨੇ ਹਰਾਇਆ ਸੀਗਾ। ਡੱਚ ਨੂੰ ਰਿਪਲੇਸ ਕੀਤਾ ਸੀ ਬ੍ਰਿਟਿਸ਼ ਨੇ, ਅਤੇ ਬ੍ਰਿਟਿਸ਼ ਦੇ ਸਾਹਮਣੇ ਸੀਗੇ ਫਰੈਂਚ। ਠੀਕ ਹੈ ਜੀ, ਇਹ ਜ਼ਰੂਰ ਸੀਗਾ। ਅਤੇ ਪੁਰਤਗੀਜ਼ ਨੂੰ ਜਿੰਨੇ ਵੀ ਹਰਾਇਆ ਗਿਆ ਇਹ ਸਾਰੇ ਕੌਣ ਸੀਗੇ ਜੀ? ਡੱਚ ਹੈਗੇ ਸੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਹਾਂਜੀ, ਉਸ ਤੋਂ ਬਾਅਦ ਦੇਖੋ ਜਿਹੜੇ ਡੱਚ ਸੀਗੇ, ਡੱਚ ਡਿਫੀਟਡ ਦਾ ਪੁਰਤਗੀਜ਼ ਐਂਡ ਬਿਲਟ ਦਾ ਵਿਲੀਅਮਸ ਫੋਰਟ ਐਟ ਮਾਡਰਨ ਕੋਚੀ। ਇਹ ਗੱਲ ਬਿਲਕੁਲ ਸਹੀ ਹੈ ਜੀ। ਡੱਚ ਨੇ ਹਰਾਇਆ ਸੀ, ਜਦੋਂ ਵੀ ਪੁਰਤਗੀਜ਼ ਨੂੰ ਹਰਾਉਂਦੇ ਸੀ ਉੱਥੇ ਕੀ ਬਣਾ ਦਿੰਦੇ ਸੀ, ਕੋਈ ਨਾ ਕੋਈ ਫੋਰਟ ਬਣਾ ਦਿੰਦੇ ਸੀ। ਤਾਂ ਫੋਰਟ ਵਿਲੀਅਮ ਤਾਂ ਤੁਸੀਂ ਯਾਦ ਰੱਖਣਾ ਹੈ, ਇਹ ਡੱਚ ਨੇ ਬਣਾਇਆ ਸੀ। ਇੱਕ ਅੰਗਰੇਜ਼ਾਂ ਨੇ ਵੀ ਫੋਰਟ ਵਿਲੀਅਮ ਬਣਾਇਆ ਸੀ, ਉਹ ਕੋਲਕਾਤਾ ਦੇ ਵਿੱਚ ਬਣਾਇਆ ਸੀ। ਇਹ ਤੁਸੀਂ ਯਾਦ ਰੱਖਣਾ ਹੈ। ਠੀਕ ਹੈ ਜੀ, ਕੋਲਕਾਤਾ ਜਿਹਨੂੰ ਸਿਟੀ ਆਫ ਜੋਏ ਵੀ ਕਹਿੰਦੇ ਆਪਾਂ। ਅਤੇ ਇਹ ਗੱਲ ਸਹੀ ਹੈ ਜੀ। ਠੀਕ ਹੈ ਜੀ, ਆਹ ਸਟੇਟਮੈਂਟ ਇਹਨਾਂ ਦੀ ਸਹੀ ਹੈ। ਉਸ ਤੋਂ ਬਾਅਦ ਮਾਡਰਨ ਕੋਚੀ ਵਾਜ਼ ਦਾ ਫਸਟ ਡੱਚ ਕਲੋਨੀ ਬਿਫੋਰ ਦਾ ਪੁਰਤਗੀਜ਼ ਟੁਕ ਓਵਰ ਦੈਮ। ਵੀ ਮਾਡਰਨ ਕੋਚੀ ਹੈ ਇਹ ਡੱਚ ਦੀ ਪਹਿਲੀ ਨਹੀਂ, ਡੱਚ ਦੀ ਇਹ ਪਹਿਲੀ ਨਹੀਂ ਸੀ। ਇਹਨਾਂ ਦੀ ਮੇ ਬੀ ਆਪਣੇ ਮਛਲੀਪਟਨਮ ਇਸ ਤਰ੍ਹਾਂ ਦੀ ਕੋਈ ਇਹਨਾਂ ਦੀ ਪਹਿਲੀ ਕਲੋਨੀ ਸੀ। ਇਹ ਇਹ ਸਟੇਟਮੈਂਟ ਇਹਨਾਂ ਦੀ ਗਲਤ ਹੈ, ਕਿਉਂਕਿ ਡੱਚ ਨੇ ਹੀ ਪਹਿਲਾਂ ਪੁਰਤਗੀਜ਼ ਨੂੰ ਹਰਾਇਆ ਸੀ, ਉਸ ਤੋਂ ਬਾਅਦ ਹੀ ਇਹਨਾਂ ਨੇ ਆਪਣੀ ਫੈਕਟਰੀਆਂ ਲਗਾਉਣੀਆਂ ਸਟਾਰਟ ਕੀਤੀਆਂ ਸੀ। ਠੀਕ ਹੈ ਜੀ, ਤਾਂ ਇਹ ਸਟੇਟਮੈਂਟ ਵੀ ਗਲਤ ਹੈ। ਅਤੇ ਮਾਡਰਨ ਇੱਥੋਂ ਆਪਾਂ ਵੇਖ ਲੈਂਦੇ ਹਾਂ ਕਿ ਦੇਖੋ ਮਾਡਰਨ ਕੋਚੀ ਨੈਵਰ ਬਿਕਮ ਦੀ ਪਾਰਟ ਆਫ ਬ੍ਰਿਟਿਸ਼। ਦੇਖੋ ਬ੍ਰਿਟਿਸ਼ ਦਾ ਰਾਜ ਸੀਗਾ ਇੰਡੀਆ ਦੇ ਵਿੱਚ, ਐਂਡ ਜਿਹੜੇ ਡੱਚ ਹੈਗੇ ਸੀ ਇਹਨਾਂ ਦਾ ਰਾਜ ਹੁੰਦਾ ਸੀ ਇੰਡੋਨੇਸ਼ੀਆ ਦੇ ਵਿੱਚ, ਜਕਾਰਤਾ ਵਾਲੇ ਪਾਸੇ। ਠੀਕ ਹੈ ਜੀ, ਦੁਨੀਆ ਦੇ ਵਿੱਚ ਸਭ ਤੋਂ ਵੱਡਾ ਆਰਕੀਪੈਲਾਜੋ ਪੁੱਛ ਲੈਣ ਤਾਂ ਕੀ ਹੈ ਜੀ? ਆਰਕੀਪੈਲਾਜੋ ਹੁੰਦਾ ਵੀ ਨੰਬਰ ਆਫ ਆਈਲੈਂਡਸ 13,000 ਦਵੀਪ ਨੇ ਇੰਡੋਨੇਸ਼ੀਆ ਦੇ ਵਿੱਚ, ਜਿਸ ਨੂੰ ਮਿਲਾ ਕੇ ਇੰਡੋਨੇਸ਼ੀਆ ਬਣਿਆ। ਉਹਨਾਂ ਸਾਰੀਆਂ ਫੈਕਟਰੀਆਂ ਦੇ ਉੱਪਰ ਡੱਚ ਦਾ ਕਬਜ਼ਾ ਸੀਗਾ, ਅਤੇ ਡੱਚ ਅਤੇ ਬ੍ਰਿਟਿਸ਼ ਦੀ ਲੜਾਈ ਹੁੰਦੀ ਆਪਸ ਦੇ ਵਿੱਚ। ਠੀਕ ਹੈ, ਫਿਰ ਬਾਅਦ ਦੇ ਵਿੱਚ ਜਦੋਂ ਇਹਨਾਂ ਦਾ ਸਮਝੌਤਾ ਹੁੰਦਾ, ਟਰੀਟੀ ਹੁੰਦੀ ਆ, ਉਹਦੇ ਵਿੱਚ ਡਿਸਾਈਡ ਹੋ ਜਾਂਦਾ ਕਿ ਇੰਡੀਆ ਦੇ ਵਿੱਚ ਜਿੰਨੀਆਂ ਕਲੋਨੀਆਂ ਡੱਚ ਦੀਆਂ ਨੇ ਉਹ ਬ੍ਰਿਟਿਸ਼ ਕੈਪਚਰ ਕਰ ਲੈਣਗੇ, ਸਾਰਾ ਕੁਛ ਇਹਨਾਂ ਦਾ ਹੋਊਗਾ। ਅਤੇ ਡੱਚ ਦੇ ਜਿਹੜੀਆਂ ਇੰਡੋਨੇਸ਼ੀਆ ਦੇ ਵਿੱਚ ਬ੍ਰਿਟਿਸ਼ ਦੀਆਂ ਕਲੋਨੀਆਂ ਸੀ ਉਹਨਾਂ ਦੇ ਉੱਪਰ ਡੱਚ ਦਾ ਕਬਜ਼ਾ ਹੋ ਜਾਊਗਾ। ਇਸ ਤਰ੍ਹਾਂ ਇਹਨਾਂ ਦਾ ਆਪਸ 'ਚ ਸਮਝੌਤਾ ਹੁੰਦਾ, ਉਹ ਆਪਾਂ ਅੱਗੇ ਪੜ੍ਹਾਂਗੇ, ਅੱਗੇ ਕੁਐਸਚਨ ਆਊਗਾ ਤਾਂ ਉਹਦੇ ਵਿੱਚ ਵੇਖਾਂਗੇ। ਤਾਂ ਇਹਦੇ ਵਿੱਚ ਕੁੱਲ ਮਿਲਾ ਕੇ ਦੇਖੋ ਤੁਸੀਂ IAS ਦਾ ਇਹ PCS ਪ੍ਰੀ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ। ਤਾਂ ਇੱਥੋਂ ਮੈਂ ਨਹੀਂ ਇਹ ਕਹਿੰਦਾ ਪਿਆ ਕਿ ਸਾਰੇ ਕੁਐਸਚਨ ਜਿਹੜੇ ਨੇ ਇੱਥੋਂ ਆ ਜਾਣਗੇ, ਪਰ ਕੋਈ ਨਾ ਕੋਈ ਫੈਕਟ ਇੱਦਾਂ ਦਾ ਹੁੰਦਾ ਜਿਹੜਾ ਕਈ ਵਾਰੀ ਸਾਨੂੰ ਜਿਹੜਾ ਅਸੀਂ ਕੁਐਸਚਨ ਕਰਦੇ ਹੁੰਦੇ ਪੰਜਾਬ ਦੇ ਵਿੱਚ, ਉਹਨੂੰ ਐਲੀਮੀਨੇਟ ਕਰਨਾ ਆਸਾਨ ਹੋ ਜਾਂਦਾ ਜਦੋਂ ਅਸੀਂ ਥਿਊਰੀ ਥੋੜ੍ਹੀ ਜਿਹੀ, ਕਿਉਂਕਿ ਸਾਰੀ ਥਿਊਰੀ ਇੱਕ ਥਾਂ 'ਤੇ ਪੜ੍ਹਨੀ ਬੜੀ ਮੁਸ਼ਕਿਲ ਹੁੰਦੀ ਹੈ। ਅਸੀਂ ਮੇਨ ਚੀਜ਼ਾਂ ਉਹਦੇ 'ਚ ਪੜ੍ਹਦੇ ਹਾਂ, ਅਤੇ ਕਈ ਪੁਆਇੰਟ ਐਸੇ ਹੁੰਦੇ ਨੇ ਜਿਹੜੇ ਕਿ ਅੱਗੇ ਚੱਲ ਕੇ ਸਾਨੂੰ ਆਪਸ਼ਨ ਐਲੀਮੀਨੇਸ਼ਨ ਦੇ ਵਿੱਚ ਕੰਮ ਆਉਂਦੇ ਨੇ। ਠੀਕ ਹੈ ਜੀ, ਤਾਂ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਹੈ, ਉਹਨਾਂ ਨੇ ਕਰੈਕਟ ਸਟੇਟਮੈਂਟ ਪੁੱਛੀ ਸੀ ਤਾਂ ਉਹ ਹੈਗੀ ਡੱਚ ਨੇ ਪੁਰਤਗੀਜ਼ ਨੂੰ ਹਰਾਇਆ ਸੀ ਅਤੇ ਫੋਰਟ ਵਿਲੀਅਮ ਕੋਚੀ ਦੇ ਵਿੱਚ ਬਣਾਇਆ ਸੀ। ਕੋਚੀ ਕਿੱਥੇ? ਅੱਜ ਦਾ ਕੇਰਲਾ ਦੇ ਵਿੱਚ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਆਪਾਂ ਨੈਕਸਟ ਵੇਖਦੇ ਹਾਂ। ਨੈਕਸਟ ਕੁਐਸਚਨ ਇੱਥੇ ਪੜ੍ਹ ਵੀ ਸਕਦੇ ਹੋ ਤੁਸੀਂ, ਇਹਨਾਂ ਦੇ ਬਾਰੇ ਪੜ੍ਹ ਲਓ। ਦੇਖੋ, ਡੱਚ ਨੇ ਡਿਫੀਟ ਕੀਤਾ ਸੀ ਪੁਰਤਗੀਜ਼ ਨੂੰ 1663 ਦੇ ਵਿੱਚ, ਅਤੇ ਇਹ ਜਿਹੜਾ ਬ੍ਰਿਟਿਸ਼ ਦੇ ਅੰਡਰ ਆ ਗਿਆ ਸੀ 1814 ਦੇ ਵਿੱਚ। ਬ੍ਰਿਟਿਸ਼ ਨੇ ਫਿਰ ਕੋਚੀ ਨੂੰ ਕੈਪਚਰ ਕਰ ਲਿਆ ਸੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਆਉਂਦਾ ਕਿ ਜਿਹੜੇ ਈਸਟ ਇੰਡੀਆ ਕੰਪਨੀ ਸੀ ਬ੍ਰਿਟਿਸ਼ ਵਾਲੀ, ਇਹ ਇੰਨੀ ਸਕਸੈਸਫੁਲ ਕਿਵੇਂ ਹੋ ਗਈ ਸੀ? ਉਹਦਾ ਕੀ ਸੀਕਰਟ ਸੀਗਾ? ਦਾ ਸੀਕਰਟਸ ਆਫ ਦਾ ਸਕਸੈਸ ਆਫ ਈਸਟ ਇੰਡੀਆ ਕੰਪਨੀ ਇਨ ਇੰਡੀਆ ਵਾਜ਼, ਕੀ ਸੀਗਾ ਇਹਨਾਂ ਦਾ? ਤਾਂ ਇਹਦੇ ਬਾਰੇ ਤੁਸੀਂ ਯਾਦ ਰੱਖਣਾ ਹੈ। ਠੀਕ ਹੈ ਜੀ, ਦੇਖੋ ਪਹਿਲੀ ਗੱਲ ਕੀ ਸੀ ਬ੍ਰਿਟਿਸ਼ ਕੋਲ? ਸਭ ਤੋਂ ਪਹਿਲਾਂ ਵੀ ਇੰਡੀਆ ਦੇ ਵਿੱਚ ਰਾਸ਼ਟਰਵਾਦ ਦੀ ਭਾਵਨਾ ਨਹੀਂ ਸੀ। ਇੰਡੀਆ ਦੇ ਲੋਕਾਂ ਦੇ ਵਿੱਚ ਵੀ ਆਪਣਾ ਕੋਈ ਰਾਸ਼ਟਰ ਹੋਊਗਾ, ਸਭ ਆਪਣੇ ਆਪਣੇ ਖੇਤਰ ਏਰੀਏ ਪਿੱਛੇ ਲੜ ਰਹੇ ਸੀਗੇ। ਠੀਕ ਹੈ, ਉਸ ਤੋਂ ਬਾਅਦ ਕੰਪਨੀ ਵਾਸ ਦਾ ਜਿਹੜੀ ਕੰਪਨੀ ਦੀ ਆਰਮੀ ਸੀ ਉਹ ਵੈਸਟਰਨ ਢੰਗ ਦੇ ਨਾਲ ਲੈਸ ਸੀਗੀ, ਸਾਰੇ ਉਹਦੇ ਕੋਲ ਮਾਡਰਨ ਵੈਪਨ ਸੀਗੇ ਉਸ ਟਾਈਮ ਦੇ, ਤਾਂ ਕਰਕੇ ਉਹ ਵੀ ਇੱਕ ਸਕਸੈਸਫੁਲ ਦਾ ਕਾਰਨ ਸੀਗਾ। ਅਤੇ ਉਸ ਤੋਂ ਬਾਅਦ ਇੰਡੀਅਨ ਸੋਲਜਰ ਦੇ ਵਿੱਚ ਕੀ ਸੀ? ਲੈਕ ਆਫ ਫਿਡੈਲਿਟੀ, ਇਹਨਾਂ ਦੇ ਭਾਈਚਾਰੇ ਦੀ ਭਾਵਨਾ ਘੱਟ ਸੀ। ਠੀਕ ਹੈ ਜੀ, ਅਤੇ ਇਹ ਪੈਸੇ ਪਿੱਛੇ ਮਤਲਬ ਸਾਰਾ ਕੰਮ ਕਰਦੇ ਸੀ। ਜਿਹੜੀ ਕੰਪਨੀ ਇਹਨਾਂ ਨੂੰ ਜ਼ਿਆਦਾ ਪੈਸੇ ਦਿੰਦੀ ਸੀ ਇਹ ਉੱਧਰ ਸ਼ਿਫਟ ਹੋ ਜਾਂਦੇ ਸੀਗੇ। ਠੀਕ ਹੈ ਜੀ, ਤਾਂ ਇਹ ਸਾਰੇ ਕਾਰਨ ਸੀਗੇ ਜਿਸ ਦੇ ਕਾਰਨ ਆਲ ਦੀ ਅਬਵ ਇਹਦਾ ਆਨਸਰ ਰਾਈਟ ਹੋਊਗਾ। ਠੀਕ ਹੈ ਜੀ, ਇਹ ਸਾਰੇ ਕਾਰਨ ਸੀਗੇ ਜਿਹੜੇ ਈਸਟ ਇੰਡੀਆ ਕੰਪਨੀ ਨੂੰ ਇੰਡੀਆ ਦੇ ਵਿੱਚ ਰਾਜ ਕਰਨ ਦੇ ਵਿੱਚ ਜਿਹੜਾ ਸਫਲਤਾ ਹਾਸਿਲ ਹੋਈ ਹੈ। ਠੀਕ ਹੈ ਜੀ, ਇਹ ਤੁਸੀਂ ਸਾਰਾ ਦੇਖ ਲੈਣਾ। ਇਹ ਦੇਖੋ UPSC PCS ਦੇ ਵਿੱਚ ਆਇਆ ਹੋਇਆ ਕੁਐਸਚਨ ਹੈ, ਅਤੇ ਦੇਖੋ ਆਹ ਸਾਰੇ ਇੱਥੇ ਲਿਖੇ ਹੋਏ ਨੇ।
ਉਸ ਤੋਂ ਬਾਅਦ ਦੇਖੋ ਜੀ, ਵਿਚ ਆਫ ਦਾ ਫੋਲੋਇੰਗ ਬ੍ਰਿਟਿਸ਼ ਕੰਪਨੀਜ਼ ਗੋਟ ਫਸਟ ਚਾਰਟਰ ਪਰਮਿਟਿੰਗ ਟੂ ਦੀ ਟ੍ਰੇਡ ਇਨ ਇੰਡੀਆ। ਦੇਖੋ ਸਾਨੂੰ ਤਾਂ ਜਿਹੜਾ ਅਸੀਂ ਕੁਐਸਚਨ ਪੜ੍ਹਦੇ ਹਾਂ ਉਹ ਹੁੰਦਾ 1600 ਈਸਟ ਇੰਡੀਆ ਕੰਪਨੀ ਜਿਹੜੀ ਇੰਡੀਆ ਦੇ ਵਿੱਚ ਆਈ ਸੀ 1600 ਦੇ ਵਿੱਚ, ਉਹਨੂੰ ਐਲਿਜ਼ਾਬੈਥ ਨੇ ਚਾਰਟਰ ਦਿੱਤਾ ਸੀ ਸਾਈਨ ਕਰਕੇ। ਉਹ ਹੈਗਾ ਸੀ ਸੀ ਰੂਟ ਤੋਂ ਜਿਹੜਾ ਅਸੀਂ ਪੜ੍ਹਦੇ ਹਾਂ ਨਾ ਸੀ ਰੂਟ ਤੋਂ। ਪਰ ਇੰਡੀਆ ਦਾ ਵਪਾਰ ਬ੍ਰਿਟਿਸ਼ ਨਾਲ ਲੈਂਡ ਰੂਟ ਤੋਂ ਵੀ ਹੁੰਦਾ ਸੀ। ਉਹ ਈਸਟ ਇੰਡੀਆ ਕੰਪਨੀ ਕਿਹੜੀ ਸੀ, ਮਤਲਬ ਉਸ ਕੰਪਨੀ ਦੇ ਬਾਰੇ ਪੁੱਛਿਆ ਹੋਇਆ ਹੈ। ਤਾਂ ਯਾਦ ਰੱਖਿਆ ਜੇ ਉਹ ਕੰਪਨੀ ਦਾ ਨਾਮ ਸੀ ਲਿਵੈਂਟ ਕੰਪਨੀ। ਇਹ ਬਿਲਕੁਲ ਅਲੱਗ ਕੁਐਸਚਨ ਹੈ। ਇਹ ਸਾਡਾ ਕਿਤੇ ਵੀ ਸਾਡੀ ਕਿਸੇ ਵੀ ਬੁੱਕ ਦੇ ਵਿੱਚ ਵੀ ਨਹੀਂ ਲਿਖਿਆ ਹੋਇਆ। ਇਸ ਕਰਕੇ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਨੇ ਫੈਕਚੁਅਲ ਜਿਹੜੇ ਡਾਟਾ ਨੇ ਇਹ ਤੁਸੀਂ ਆਪਣੀ ਬੁੱਕ ਦੇ ਵਿੱਚ ਕਿਤੇ ਵੀ ਨੋਟ ਕਰ ਲਓ। ਇਸ ਤਰ੍ਹਾਂ ਦੀ ਦੇਖੋ ਵੀ ਸਾਡੇ ਕੋਲ ਇੱਕ ਲਿਵੈਂਟ ਨਾਮ ਦੀ ਕੰਪਨੀ ਸੀ ਜਿਹੜੀ ਬ੍ਰਿਟਿਸ਼ ਤੋਂ ਆਉਂਦੀ ਸੀ। ਇਹਦੇ ਬਾਰੇ ਆਪਾਂ ਦੇਖ ਲੈਂਦੇ ਹਾਂ ਵੀ ਕੀ ਇਹਦੇ ਬਾਰੇ ਸੀਗਾ ਰੀਜ਼ਨ। ਇਹਦੇ ਬਾਰੇ ਲਿਵੈਂਟ ਕੰਪਨੀ ਜਿਹੜੀ ਸੀ ਇਹ ਚਾਰਟਰ ਇਹਨੂੰ ਸਾਈਨ ਕਰਨ ਚਾਰਟਰ ਦਿੱਤਾ ਗਿਆ ਸੀ ਸਾਈਨ ਕਰਨ ਵਾਸਤੇ ਇੰਡੀਆ ਨਾਲ ਟ੍ਰੇਡਿੰਗ ਵਾਸਤੇ ਬਾਇਆ ਵਾਏ ਲੈਂਡ ਰੂਟ ਤੋਂ। ਅਤੇ ਉਸ ਟਾਈਮ 'ਤੇ ਰਾਣੀ ਕੌਣ ਸੀ, ਐਲਿਜ਼ਾਬੈਥ ਕੁਈਨ, ਉਹੀ ਐਲਿਜ਼ਾਬੈਥ ਕੁਈਨ ਸੀਗੀ। ਠੀਕ ਹੈ, ਅਤੇ ਇਹ ਕੰਪਨੀ ਨੂੰ ਦਿੱਤਾ ਸੀਗਾ ਈਸਟ ਇੰਡੀਆ ਕੰਪਨੀ ਨੂੰ ਜਿਹੜਾ ਸੀ ਰੂਟ ਨਾਲ ਜਿਹੜਾ ਐਲਿਜ਼ਾਬੈਥ ਨੂੰ ਈਸਟ ਇੰਡੀਆ ਕੰਪਨੀ ਨੇ ਰੂਟ ਦਿੱਤਾ ਸੀਗਾ ਉਹ 31 ਦਸੰਬਰ 1601 ਦੇ 1600 ਦੇ ਵਿੱਚ ਸੰਨ 1600 ਦੇ ਵਿੱਚ ਦਿੱਤਾ ਸੀਗਾ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਅਤੇ ਉਸ ਤੋਂ ਬਾਅਦ ਇਹ ਜਿਹੜੀ ਕੰਪਨੀ ਸੀ ਜਿਹੜੀ ਈਸਟ ਇੰਡੀਆ ਕੰਪਨੀ ਜਿਹੜੀ ਸੀ ਰੂਟ ਤੋਂ ਆਈ ਸੀ ਇੰਡੀਆ ਦੇ ਵਿੱਚ, ਇਹਦੇ ਨਾਲ ਇੱਕ ਹੋਰ ਕੰਪਨੀ ਸੀ ਤੁਹਾਨੂੰ ਪਤਾ ਹੋਏਗਾ ਵੀ ਬ੍ਰਿਟਿਸ਼ ਨੇ ਇੱਥੇ ਆ ਕੇ ਇੰਡੀਆ ਦੇ ਵਿੱਚ ਇੰਡੀਆ ਦਾ ਜਿਹੜਾ ਐਗਰੀਕਲਚਰ ਬਰਬਾਦ ਕਰਕੇ ਇੱਥੇ ਇੰਗਲੈਂਡ ਦਾ ਬਣਿਆ ਹੋਇਆ ਸਮਾਨ ਇੱਥੇ ਵੇਚਣ ਵਾਸਤੇ ਇੱਕ ਮਾਰਕੀਟ ਟਾਈਪ ਸਿਸਟਮ ਬਣਾਤਾ ਸੀਗਾ। ਜਿਸ ਕਰਕੇ ਇੰਗਲੈਂਡ ਦੇ ਜਿਹੜੇ ਹੋਰ ਵਪਾਰੀ ਸੀਗੇ ਉਹ ਜਿਹੜੀ ਪਹਿਲੀ ਈਸਟ ਇੰਡੀਆ ਕੰਪਨੀ ਜਿਹੜੀ ਵਪਾਰ ਕਰਦੀ ਸੀ ਉਹਦੇ ਨਾਲ ਕੀ ਕਰਦੇ ਸੀ, ਭੇਦਭਾਵ ਕਰਨ ਲੱਗ ਗਏ ਸੀ, ਉਹਦੇ ਖਿਲਾਫ ਬੋਲਣ ਲੱਗ ਗਏ ਸੀ। ਜਿਸ ਕਰਕੇ ਇੱਕ ਹੋਰ ਕੰਪਨੀ ਬਣੀ ਸੀ ਯੂਨਾਈਟਿਡ ਮਰਚੈਂਟ ਆਫ ਇੰਗਲੈਂਡ ਕੰਪਨੀ ਜਿਹੜੀ ਸੀ 1709 ਦੇ ਵਿੱਚ। ਉਸ ਦੇ ਵਿੱਚ ਕੀ ਕੀਤਾ ਗਿਆ ਵੀ ਇਸ ਕੰਪਨੀ ਪਹਿਲਾਂ ਤਾਂ ਜਿਹੜੀ ਈਸਟ ਇੰਡੀਆ ਕੰਪਨੀ ਜਿਹੜੀ ਭੇਜੀ ਗਈ ਸੀ ਉਸ ਦਾ ਜਿਹੜਾ ਮੋਨੋਪੋਲੀ ਹੈ ਟ੍ਰੇਡ ਕਰਨ ਦੀ ਇੱਕ ਅਧਿਕਾਰ ਉਹਨੂੰ ਖਤਮ ਕੀਤਾ ਗਿਆ। ਉਹ ਯਾਦ ਰੱਖ ਲਿਆ ਕਿਹੜਾ ਐਕਟ ਸੀ 1813 ਵਾਲੇ ਐਕਟ ਦੇ ਵਿੱਚ। ਬਾਅਦ ਦੇ ਵਿੱਚ ਇਸ ਨੂੰ ਕੀ ਕਰ ਦੇਗਾ ਬਿਲਕੁਲ ਕੰਪਲੀਟਲੀ ਖਤਮ ਕਰ ਦਿੱਤਾ ਗਿਆ ਅਤੇ ਸਾਰੇ ਹੀ ਇੰਗਲੈਂਡ ਦੇ ਵਪਾਰੀ ਇੰਡੀਆ 'ਚ ਵਪਾਰ ਕਰ ਸਕਦੇ ਸੀ। ਇਸ ਤਰ੍ਹਾਂ ਦੀ ਕੰਪਨੀ ਨੂੰ ਆਪਾਂ ਕਹਿੰਦੇ ਹਾਂ ਯੂਨਾਈਟਿਡ ਈਸਟ ਇੰਡੀਆ ਕੰਪਨੀ। ਠੀਕ ਹੈ ਜੀ, ਮਰਚੈਂਟ। ਇਹ ਤੁਸੀਂ ਯਾਦ ਰੱਖਣੀ, ਇਹ 1709 ਦੇ ਵਿੱਚ ਬਣੀ ਸੀ। ਆਈ ਹੋਪ ਕਿ ਤੁਹਾਨੂੰ ਤਿੰਨੇ ਕੁਐਸਚਨ ਸਮਝ ਆ ਗਏ। ਜੇ ਤਾਂ ਤੁਹਾਨੂੰ ਪੁੱਛ ਲਏ ਵੀ ਬਾਇਆ ਲੈਂਡ ਰੂਟ ਤੋਂ ਜਿਹੜੀ ਕੰਪਨੀ ਇੰਡੀਆ ਦੇ ਵਿੱਚ ਆਈ ਸੀ, ਲੈਂਡ ਰੂਟ ਤੋਂ ਐਲ ਤੋਂ ਯਾਦ ਰੱਖੋ ਲੈਵੈਂਟ। ਠੀਕ ਹੈ, ਲੈਵੈਂਟ ਨਾਮ ਦੀ ਕੰਪਨੀ ਇੰਡੀਆ 'ਚ ਆਈ ਸੀ। ਜਿਹੜੀ ਸੀ ਰੂਟ ਤੋਂ ਆਈ ਸੀ ਸਮੁੰਦਰ ਤੋਂ ਆਈ ਸੀ ਤਾਂ ਉਹ ਯਾਦ ਰੱਖਿਆ ਜੇ ਈਸਟ ਇੰਡੀਆ ਕੰਪਨੀ ਜਿਹੜੀ ਸਮੁੰਦਰ ਤੋਂ ਆਈ ਸੀ ਉਹ ਅਲੱਗ ਸੀਗੀ। ਠੀਕ ਹੈ, ਈਸਟ ਇੰਡੀਆ ਕੰਪਨੀ ਇੱਕ ਹੋਰ ਬਣੀ ਸੀ ਬਾਇਆ ਸੀ ਰੂਟ ਤੋਂ ਜਿਹੜੀ ਬਾਅਦ ਦੇ ਵਿੱਚ ਯੂਨਾਈਟ ਹੋਈ ਸੀ। ਯੂਨਾਈਟ ਹੋ ਕੇ 1709 ਦੇ ਵਿੱਚ ਕੰਪਨੀ ਇੰਗਲੈਂਡ ਦੀ ਨਵੀਂ ਬਣਾਈ ਗਈ ਸੀ ਜਿਹੜੀ ਪਹਿਲੀ ਅਤੇ ਦੂਜੀ ਦੋਨਾਂ ਨੂੰ ਮਿਲਾ ਕੇ ਕਾਮਨ ਕੰਪਨੀ ਬਣਾਈ ਗਈ ਸੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਆਉਂਦਾ ਵਿਚ ਆਫ ਦਾ ਫੋਲੋਇੰਗ ਵਾਜ਼ ਦਾ ਐਂਪਰਰ ਆਫ ਦਾ ਇੰਡੀਆ ਦ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਾਜ਼ ਫਾਰਮਡ ਇਨ ਦਾ ਲੰਡਨ। ਜਦੋਂ ਲੰਡਨ ਦੇ ਵਿੱਚ ਕੰਪਨੀ ਬਣ ਰਹੀ ਸੀ ਕਿਹੜੀ ਈਸਟ ਇੰਡੀਆ ਕੰਪਨੀ ਬਣ ਰਹੀ ਸੀ ਤਾਂ ਇੰਡੀਆ ਦੇ ਵਿੱਚ ਕਿਹੜੇ ਰਾਜੇ ਦਾ ਰੂਲ ਸੀਗਾ ਇਹ ਪੁੱਛਿਆ ਗਿਆ। ਤੁਹਾਨੂੰ ਪਤਾ ਹੋਏਗਾ ਆਪਾਂ ਸੰਨ 1600 ਦੀ ਗੱਲ ਕਰ ਰਹੇ ਹਾਂ, 1600 ਦੀ ਗੱਲ ਕਰ ਰਹੇ ਹਾਂ ਅਤੇ 1600 ਦੇ ਵਿੱਚ 31 ਦਸੰਬਰ ਨੂੰ ਕੰਪਨੀ ਬਣੀ ਹੈ। ਉਸ ਟਾਈਮ ਦੇ ਵਿੱਚ ਇੰਡੀਆ ਦੇ ਵਿੱਚ ਕੌਣ ਸੀ, ਅਕਬਰ ਸੀ। ਤੁਹਾਨੂੰ ਪਤਾ ਹੋਏਗਾ ਬਾਬਰ ਨੇ 1526 ਦੇ ਵਿੱਚ ਹਰਾਇਆ ਸੀ ਇਬਰਾਹਿਮ ਲੋਧੀ ਨੂੰ। ਉਸ ਤੋਂ ਬਾਅਦ ਹੁਮਾਯੂੰ ਆਇਆ ਸੀ। ਹੁਮਾਯੂੰ ਤੋਂ ਬਾਅਦ ਬਾਬਰ ਦਾ ਜਨਮ 1542 ਦੇ ਵਿੱਚ ਹੁੰਦਾ। ਠੀਕ ਹੈ ਜੀ, ਅਮਰਕੋਟ ਆਪਣੇ ਲਾਹੌਰ ਦੇ ਵਿੱਚ। ਉਸ ਤੋਂ ਬਾਅਦ 50 ਕੁ ਸਾਲ ਦਾ 49 ਸਾਲ ਦਾ ਇਹਦਾ ਰੂਲ ਹੁੰਦਾ। 1600 ਦੇ ਨੇੜੇ ਤੇੜੇ ਮਤਲਬ ਕੀ ਹੁੰਦਾ ਜੇ ਬੁੱਢਾ ਹੋਇਆ ਹੁੰਦਾ ਉਸ ਟਾਈਮ 'ਤੇ ਜਹਾਂਗੀਰ ਨੇ ਗੱਦੀ 'ਤੇ ਬਹਿਣਾ ਤਾਂ ਉਸੇ ਟਾਈਮ ਹੀ ਅਕਬਰ ਦੇ ਵਿੱਚ ਮਤਲਬ ਕਹਿੰਦੇ ਨੇ ਕਿ ਇੱਥੇ ਇੰਡੀਆ ਦੇ ਵਿੱਚ ਅਕਬਰ ਦਾ ਰੂਲ ਹੁੰਦਾ ਸੀ ਉਸ ਟਾਈਮ ਦੇ ਵਿੱਚ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਹੁਣ ਪੇਪਰ ਦੇ ਵਿੱਚ ਪੰਜਾਬ ਦੇ ਪੇਪਰਾਂ ਦੇ ਵਿੱਚ ਜਿਹੜੇ ਹੁਣ ਲੇਟੈਸਟ ਪੇਪਰ ਹੋਏ ਸੀ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਪੇਪਰ, ਉਹਦੇ ਵਿੱਚ ਇੱਕ ਅਕਬਰ ਤੋਂ ਬੜੇ 2 ਕੁਐਸਚਨ ਆਏ ਸੀ ਕਿ ਇਹਦਾ ਤਾਜਪੋਸ਼ੀ ਕਿੱਥੇ ਹੋਈ ਸੀ। ਇਹਦੀ ਤਾਜਪੋਸ਼ੀ ਇੱਕ ਤਾਂ ਆਪਣੇ ਪੰਜਾਬ ਦੇ ਵਿੱਚ ਹੋਈ ਸੀ ਕਿਹੜੇ ਜ਼ਿਲ੍ਹੇ ਦੇ ਵਿੱਚ, ਤਾਂ ਜ਼ਿਲ੍ਹਾ ਪੁੱਛ ਲਏ ਤਾਂ ਗੁਰਦਾਸਪੁਰ ਸੀਗਾ। ਅਤੇ ਕਿੱਥੇ ਹੋਈ ਸੀ, ਕਲਾਨੌਰ ਇਹ ਥਾਂ ਹੈਗੀ ਹੈ ਜੀ ਸਪੈਸ਼ਲ ਇੱਕ ਥਾਂ ਬਣੀ ਸੀ ਜਿੱਥੇ ਆਪਣੇ ਗੁਰਦਾਸਪੁਰ ਦੇ ਵਿੱਚ ਉਹ ਪੁੱਛਿਆ ਗਿਆ ਸੀ। ਦੋਨੇ ਕੁਐਸਚਨ ਸ਼ਿਫਟਾਂ ਦੇ ਵਿੱਚ ਆਏ ਸੀਗੇ, ਇਹ ਤੁਸੀਂ ਦੋਨੇ ਯਾਦ ਰੱਖਣੇ ਨੇ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਨੈਕਸਟ ਕੁਐਸਚਨ ਦੇ। ਠੀਕ ਹੈ ਜੀ, ਅੱਛਾ ਜਦੋਂ ਕੰਪਨੀ ਬਣ ਰਹੀ ਸੀ ਇਹ ਤਾਂ ਕੁਐਸਚਨ ਹੋ ਗਿਆ ਵੀ ਅਕਬਰ ਦਾ ਪੁੱਛ ਲਿਆ ਇਹਨਾਂ ਨੇ। ਜਦੋਂ ਕੰਪਨੀ ਬਣ ਰਹੀ ਸੀ ਤਾਂ ਇੰਗਲੈਂਡ ਦੇ ਵਿੱਚ ਤਾਂ ਸੇਮ ਸਿਸਟਮ ਹੁੰਦਾ ਸੀਗਾ ਵੀ ਵਪਾਰੀ ਜਿਹੜਾ ਸ਼ੇਅਰ ਮਾਰਕੀਟ ਵਗੈਰਾ ਇੱਦਾਂ ਦੀ ਹੁੰਦੀ ਸੀ। ਤਾਂ ਲੰਡਨ ਦੇ ਵਿੱਚ ਮੀਟਿੰਗ ਹੁੰਦੀ ਆ। ਉਸ ਲੰਡਨ ਦੀ ਮੀਟਿੰਗ ਦੇ ਵਿੱਚ ਜਿਹੜੀ 1599 ਦੇ ਵਿੱਚ ਹੁੰਦੀ ਹੈ ਉਸ ਦੀ ਅਧਿਕਸ਼ਤਾ ਕਰ ਰਹੇ ਸੀ ਲਾਰਡ ਮਾਇਰ। ਠੀਕ ਹੈ, ਇਹ ਵੀ ਪੁੱਛਿਆ ਜਾ ਸਕਦਾ ਵੀ ਜਦੋਂ ਲੰਡਨ ਦੇ ਵਿੱਚ ਕੰਪਨੀ ਬਣ ਰਹੀ ਸੀ ਨਾ ਉਸ ਟਾਈਮ 'ਚ ਲੰਡਨ ਦੀ ਜਿਹੜੀ ਮੀਟਿੰਗ ਹੈ ਕੰਪਨੀ ਦੀ ਮੀਟਿੰਗ ਹੈ ਉਹ ਕਾਮਨ ਕਿਹਨੇ ਲਿੱਤੀ ਸੀ ਤਾਂ ਲਾਰਡ ਮਾਇਰ ਦੇ ਬਾਰੇ ਇਹ ਤੁਸੀਂ ਯਾਦ ਰੱਖਣਾ। ਕਈ ਵਾਰੀ ਇੱਦਾਂ ਦਾ ਕੁਐਸਚਨ ਪੇਪਰ ਦੇ ਵਿੱਚ ਫੈਕਟ ਬਣ ਕੇ ਆ ਜਾਵੇ ਤਾਂ ਤੁਸੀਂ ਯਾਦ ਰੱਖ ਸਕਦੇ ਹੋ। ਉਸ ਤੋਂ ਬਾਅਦ ਨੈਕਸਟ ਕੁਐਸਚਨ ਆਪਾਂ ਦੇਖੀਏ। ਟੋਟਲ 50 ਕੁਐਸਚਨ ਨੇ ਤਾਂ ਉਹਨੂੰ ਆਪਾਂ ਅੱਜ ਹੁਣ ਆਪਾਂ 35 ਤੱਕ ਕਰ ਲਈਏ। ਠੀਕ ਹੈ ਜੀ, ਡਿਊਰਿੰਗ ਦਾ ਟਾਈਮ ਆਫ ਦਾ ਵਿਚ ਮੁਗਲ ਐਂਪਰਰ ਡਿਡ ਦਾ ਇੰਗਲਿਸ਼ ਈਸਟ ਇੰਡੀਆ ਕੰਪਨੀ ਇਸਟੈਬਲਿਸ਼ ਫਸਟ ਫੈਕਟਰੀ। ਕਹਿੰਦਾ ਪਿਆ ਇੰਡੀਆ ਦੇ ਵਿੱਚ
ਇੰਡੀਆ ਦੇ ਵਿੱਚ ਪਹਿਲੀ ਫੈਕਟਰੀ ਜਿਹੜੀ ਹੈ ਉਹ ਕਿਹੜੇ ਮੁਗਲ ਬਾਦਸ਼ਾਹ ਦੇ ਟਾਈਮ ਤੇ ਬਣੀ ਸੀ। ਦੇਖੋ ਅਕਬਰ ਦੇ ਟਾਈਮ ਤੇ ਤਾਂ ਅੰਗਰੇਜ਼ ਬ੍ਰਿਟਿਸ਼ ਆਉਣੇ ਸਟਾਰਟ ਹੋਏ ਸੀ, ਲੇਕਿਨ ਜਹਾਂਗੀਰ ਨੇ ਪਹਿਲੀ ਵਾਰੀ ਜਿਹੜਾ ਕੀ ਨਾਮ ਹੈ ਫਰਮਾਨ ਦਿੱਤਾ ਸੀ ਇਹਨਾਂ ਨੂੰ ਵਪਾਰ ਕਰਨ ਦਾ। ਠੀਕ ਹੈ ਜੀ, ਉਹ ਦਿੱਤਾ ਸੀ ਕਿ ਜਹਾਂਗੀਰ ਨੇ। ਤਾਂ ਜਹਾਂਗੀਰ ਦਾ ਨਾਮ ਯਾਦ ਰੱਖਣਾ ਹੈ। ਜਹਾਂਗੀਰ ਦੇ ਤਾਂ ਸਾਹਮਣੇ ਆਇਆ ਸੀ ਥੋਮਸ ਰੋ, ਸਰ ਥੋਮਸ ਰੋ, ਕੈਪਟਨ ਵਿਲੀਅਮ ਹੌਕਿੰਸ ਵਗੈਰਾ, ਇਹ ਦੋਨੇ ਬੰਦੇ ਆਏ ਸੀਗੇ। ਠੀਕ ਹੈ, ਉਹਨਾਂ ਨੇ ਇੱਥੇ ਸੂਰਤ ਦੇ ਵਿੱਚ ਫੈਕਟਰੀ ਲਗਾਈ ਸੀ 1613 ਦੇ ਵਿੱਚ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਦੇਖੋ ਕਿੰਨੀ ਵਾਰੀ ਇਹ ਕੁਐਸਚਨ ਆਇਆ IAS ਦੇ ਵਿੱਚ ਹੀ, ਪ੍ਰੀ ਦੇ ਵਿੱਚ 2 ਵਾਰੀ 2 ਸਾਲ ਲਗਾਤਾਰ ਰਿਪੀਟ ਹੋਇਆ ਕੁਐਸਚਨ, ਧਿਆਨ ਰੱਖਿਆ ਜੀ ਫਸਟ ਫੈਕਟਰੀ। ਤੇ ਆਈ ਹੋਪ ਕਿ ਮੈਂ ਤੁਹਾਨੂੰ ਜਿਹੜਾ ਦੱਸ ਰਿਹਾ ਤੁਹਾਨੂੰ ਸਮਝ ਆ ਰਿਹਾ ਹੋਵੇਗਾ। ਦੇਖੋ ਜਹਾਂਗੀਰ ਨੇ ਜਿਹੜਾ ਫਰਮਾਨ ਦਿੱਤਾ ਸੀ ਇੰਡੀਆ 'ਚ ਫੈਕਟਰੀ ਬਣਾਉਣ ਦਾ, ਉਹ 1611 ਦੇ ਵਿੱਚ ਈਸਟ ਵਾਲੇ ਮਤਲਬ ਪੂਰਬੀ ਘਾਟ ਦੇ ਉੱਪਰ ਕਿਹੜਾ ਜੀ, ਆਂਧਰਾ ਦੇ ਵਿੱਚ ਇੱਕ ਥਾਂ ਹੈਗੀ ਹੈ ਮਸੂਲੀਪਟਨਮ ਦੇ 1611 ਦੇ ਵਿੱਚ ਦਿੱਤਾ ਸੀ। ਪਰ ਇਹਨਾਂ ਨੇ ਆਪਣੀ ਪਰਮਾਨੈਂਟ ਫੈਕਟਰੀ ਜਿਹੜੀ ਲਗਾਈ ਸੀ, ਉਹ ਜਿਹੜੀ ਪਰਮਾਨੈਂਟ ਸੀ ਉਹ ਵੈਸਟਰਨ ਕੋਟ ਦੇ ਉੱਪਰ ਕਿਹੜੀ ਬਣਾਈ ਸੀ, ਇਹ ਹੈਗੀ ਸੀ ਸੂਰਤ ਨੂੰ ਆਪਾਂ ਡਾਇਮੰਡ ਸਿਟੀ ਆਫ ਇੰਡੀਆ ਵੀ ਕਹਿੰਦੇ ਹਾਂ। ਧਿਆਨ ਰੱਖਿਆ ਜੀ, ਡਾਇਮੰਡ ਸਿਟੀ ਇਹ ਕਿਹੜੀ ਹੈ, ਤਾਪੀ ਨਦੀ ਦੇ ਉੱਪਰ ਹੈਗਾ, ਇਹ ਵੀ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਦੇਖੋ, ਵੇਅਰ ਡਿਡ ਦਾ ਬ੍ਰਿਟਿਸ਼ਰ ਸੈਟਅਪ ਦਾ ਫਸਟ ਫੈਕਟਰੀ। ਹੁਣੇ ਆਪਾਂ ਕੀਤਾ, ਜਸਟ ਹੁਣੀ ਇਹ ਕੁਐਸਚਨ ਆਪਾਂ ਫੈਕਟ ਦੇ ਵਿੱਚ ਪੜ੍ਹ ਕੇ ਆਏ ਹਾਂ, ਤੇ ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ। 1613 ਦੇ ਵਿੱਚ ਜਹਾਂਗੀਰ ਨੇ ਇਹਨੂੰ ਦਿੱਤਾ ਸੀਗਾ, ਆਪਣਾ ਪੂਰਾ ਫਰਮਾਨ ਦਿੱਤਾ ਸੀਗਾ, ਤੇ 1613 ਦੇ ਵਿੱਚ ਸੂਰਤ ਦੇ ਵਿੱਚ ਫੈਕਟਰੀ ਸਟੈਬਲਿਸ਼ ਕੀਤੀ ਸੀ। ਇਹਦੇ ਬਾਰੇ ਆਪਾਂ ਦੇਖ ਲਈਏ ਵੀ ਇਹ ਕਿਵੇਂ ਪੋਸੀਬਲ ਹੋਇਆ। ਕੈਪਟਨ ਵਿਲੀਅਮ ਹੌਕਿੰਸ ਜਿਹੜੇ ਕਿ ਮੁਗਲ ਕੋਰਟ ਦੇ ਵਿੱਚ ਪਹੁੰਚੇ ਸੀ ਸੂਰਤ ਦੇ ਵਿੱਚ 1608 ਦੇ ਵਿੱਚ, ਪਰ ਉਹ ਸਕਸੈਸਫੁਲ ਨਹੀਂ ਹੋਏ ਸੀ ਗੈਟਿੰਗ, ਉਹਨਾਂ ਨੂੰ ਪਰਮਿਸ਼ਨ ਹਾਲੇ ਨਹੀਂ ਦਿੱਤੀ ਸੀ, ਕਿਉਂਕਿ ਉਹਨਾਂ ਨੂੰ ਕੌਣ ਟੈਕਲ ਕਰ ਰਿਹਾ ਸੀਗਾ, ਮਤਲਬ ਉਹਨਾਂ ਨੂੰ ਰੋਕ ਰਿਹਾ ਸੀ ਪੁਰਤਗੀਜ਼, ਕਿਉਂਕਿ ਪੁਰਤਗੀਜ਼ ਪਹਿਲਾਂ ਹੀ 100-150 ਸਾਲ ਮੁਗਲ ਬਾਦਸ਼ਾਹਾਂ ਨਾਲ ਅੱਛੇ ਉਹਨਾਂ ਦੇ ਰਿਲੇਸ਼ਨ ਸੀਗੇ। ਹੌਲੀ ਹੌਲੀ ਇਹਨਾਂ ਦੇ ਰਿਲੇਸ਼ਨ ਜਦੋਂ ਵਿਗੜਨੇ ਸਟਾਰਟ ਹੁੰਦੇ ਤਾਂ ਜਿਹੜੇ ਮੁਗਲ ਬਾਦਸ਼ਾਹਾਂ ਦੇ ਰਿਲੇਸ਼ਨ ਫਿਰ ਕਿਹਨਾਂ ਨਾਲ ਐਸਟੈਬਲਿਸ਼ ਹੁੰਦੇ, ਬ੍ਰਿਟਿਸ਼ ਨਾਲ। ਠੀਕ ਹੈ ਜੀ, ਤਾਂ ਕੈਪਟਨ ਮਿਡਲਟਨ ਨਾਮ ਦਾ ਜਿਹੜਾ ਪਰਸਨ ਹੈ, ਉਹਨੇ ਬੈਟਲ ਆਫ ਸ਼ਵੋਲੇ, ਯਾਦ ਰੱਖਣੀ ਹੈ, ਬੈਟਲ ਆਫ ਸ਼ਵੋਲੇ ਹੋਈ ਸੀ ਕਿਹਨਾਂ ਦੇ ਵਿੱਚ, ਬ੍ਰਿਟਿਸ਼ ਤੇ ਪੁਰਤਗੀਜ਼ ਦੇ ਵਿੱਚ ਹੋਈ ਸੀ, ਜਿਹਦੇ ਵਿੱਚ ਬ੍ਰਿਟਿਸ਼ ਜਿੱਤ ਗਏ ਸੀਗੇ, ਜਿਸ ਤੋਂ ਬਾਅਦ ਪੁਰਤਗੀਜ਼ ਦਾ ਕੰਮ ਖਤਮ ਹੋ ਗਿਆ ਸੀਗਾ। ਜਿਹੜੇ ਬਾਕੀ ਪੁਰਤਗੀਜ਼ ਸੀਗੇ ਉਹਨਾਂ ਨੂੰ ਡੱਚ ਨੇ ਹਰਾਤਾ ਸੀਗਾ। ਠੀਕ ਹੈ ਜੀ, ਤੇ ਯਾਦ ਰੱਖਿਆ ਜੀ, ਬੈਟਲ ਆਫ ਸ਼ਵੋਲੇ ਯਾਦ ਰੱਖਣੀ ਹੈ, ਇਹ ਪੇਪਰ ਦੇ ਵਿੱਚ ਆ ਜਾਂਦੀ ਹੈ। ਤੇ ਉਸ ਤੋਂ ਬਾਅਦ ਉਹ ਜਿਹੜਾ ਮਿਡਲਟਨ ਸੀਗਾ, ਇਹਨੇ ਕੀ ਕੀਤਾ ਸੀਗਾ, ਮੁਗਲ ਗਵਰਨਰ ਸੀਗਾ, ਉਹਦੇ ਤੋਂ ਪਰਮਿਸ਼ਨ ਲੈ ਲਈ ਸੀ ਜਿਹੜਾ ਸੂਰਤ ਦੇ ਵਿੱਚ ਵਪਾਰ ਕਰਨ ਦੀ। ਉਸ ਤੋਂ ਬਾਅਦ ਸੂਰਤ ਦੇ ਵਿੱਚ ਇਹਨਾਂ ਨੇ ਮੇਨ ਫੈਕਟਰੀ ਆਪਦੀ ਇਸਟੈਬਲਿਸ਼ ਕਰ ਲਈ ਸੀ। ਠੀਕ ਹੈ ਜੀ, ਬਿਲਕੁਲ ਈਜ਼ੀ ਲੈਂਗੁਏਜ ਦੇ ਵਿੱਚ ਵੀ ਲਿਖਿਆ ਹੋਇਆ, ਤਾਂ ਤੁਹਾਨੂੰ ਸਾਰਾ ਜਿਹੜਾ ਕੰਮ ਹੈ ਇਹ ਈਜ਼ੀਲੀ ਯਾਦ ਵੀ ਹੋ ਜਾਊਗਾ। ਠੀਕ ਹੈ ਜੀ, ਉਸ ਤੋਂ ਬਾਅਦ ਨੈਕਸਟ ਕੁਐਸਚਨ ਦੇਖੋ, ਕਹਿੰਦਾ ਪਿਆ ਜੀ ਜਦੋਂ ਫਸਟ ਕੁਆਟਰ ਦਾ ਮਤਲਬ ਹੁੰਦਾ ਵੀ 100 ਸਾਲ ਨੇ, ਉਹਦੇ ਪਹਿਲੇ 25 ਸਾਲ, ਉਹਨੇ ਕਿਹਾ ਜੀ ਪਹਿਲੇ 25 ਸਾਲਾਂ ਦੇ ਵਿੱਚ 17th ਸੈਂਚੁਰੀ ਮਤਲਬ 1601 ਤੋਂ ਲੈ ਕੇ 25 ਤੱਕ, ਇਨ ਵਿਚ ਫੋਲੋਇੰਗ ਵਰ ਦਾ ਫੈਕਟਰੀਜ਼ ਇਸਟੈਬਲਿਸ਼ ਬਾਏ ਦੀ ਈਸਟ ਇੰਡੀਆ ਕੰਪਨੀ। ਕਿਹੜੀਆਂ ਫੈਕਟਰੀਆਂ ਈਸਟ ਇੰਡੀਆ ਕੰਪਨੀ ਨੇ ਇਸਟੈਬਲਿਸ਼ ਕੀਤੀਆਂ ਸੀ, ਕਿਉਂਕਿ ਤੁਹਾਨੂੰ ਪਤਾ ਹੀ ਹੋਏਗਾ ਸਨ 16 ਦੇ ਵਿੱਚ 31 ਦਸੰਬਰ ਸਨ 1600 ਦੇ ਵਿੱਚ ਕੰਪਨੀ ਬਣੀ ਸੀ। ਉਸ ਤੋਂ ਬਾਅਦ ਇੰਡੀਆ ਦੇ ਵਿੱਚ ਆਉਂਦੇ ਆ, ਇੰਡੀਆ ਦੇ ਵਿੱਚ ਹੁਣ ਕਿਹੜੀ ਫੈਕਟਰੀ ਲਗਾ ਰਹੇ ਆ। ਸਭ ਤੋਂ ਪਹਿਲਾਂ ਤਾਂ ਕਿਹੜੀ ਸੀ, ਦੇਖੋ ਸੂਰਤ ਕਿੱਥੇ ਹੈ ਜੀ, ਥੱਲੇ ਤਾਪੀ ਨਦੀ ਦੇ ਉੱਪਰ ਹੈ, ਉਹਦੇ ਉੱਪਰ ਇੱਕ ਨਰਮਦਾ ਨਦੀ ਹੈ, ਉਹਦੇ ਉੱਪਰ ਹੈਗਾ ਸਿਟੀ ਬੜੋਚ, ਤਾਂ ਬੜੋਚ ਮੇਨ ਇਹਦਾ ਆਨਸਰ ਹੈ। ਇਹ ਚਿਕਾਗੋਲ ਤੇ ਤ੍ਰਿਚੋਪੱਲੀ ਇਹਦੇ ਆਨਸਰ ਨਹੀਂ ਹੈਗੇ ਨੇ, ਕਿਉਂਕਿ ਇੱਥੇ ਨਾ ਇਸ ਤਰ੍ਹਾਂ ਦੀ ਕੋਈ ਫੈਕਟਰੀ ਇਹਨਾਂ ਨੇ ਇਸਟੈਬਲਿਸ਼ ਨਹੀਂ ਕੀਤੀ ਸੀ, ਤਾਂ ਤੁਸੀਂ ਯਾਦ ਰੱਖਣੀ ਹੈ। ਠੀਕ ਹੈ ਜੀ, ਤੇ ਇਹਨਾਂ ਦੀ ਹੋਰ ਫੈਕਟਰੀਆਂ ਕਿਹੜੀਆਂ ਨੇ ਉਹ ਯਾਦ ਕਰ ਲਓ। ਆਗਰਾ ਦੇ ਵਿੱਚ ਸੀ, ਅਹਿਮਦਾਬਾਦ ਦੇ ਵਿੱਚ ਸੀ, ਬੜੋਚ, ਇਹ 1619 ਤੱਕ ਇਹਨਾਂ ਨੇ ਫੈਕਟਰੀ ਲਗਾ ਲਈਆਂ ਸੀ। ਮਸੂਲੀਪਟਨਮ ਦੇ ਵਿੱਚ ਦੀ ਸਭ ਤੋਂ ਪਹਿਲੀ ਫੈਕਟਰੀ ਸੀ ਜਿਹੜੀ ਪੂਰਬੀ ਘਾਟ ਦੇ ਉੱਪਰ ਸੀ। ਠੀਕ ਹੈ ਜੀ, ਤੇ ਅਰਮਾ ਗਾਉਂ ਨਾਮ ਦੀ ਫੈਕਟਰੀ ਹੈ, ਇਹ 1626 ਦੇ ਵਿੱਚ ਲਗਾਈ ਸੀ। ਹਰੀਪੁਰ ਤੇ ਬਾਲਾਸੋਰ ਨਾਮ ਦੀ ਉੜੀਸਾ ਦੇ ਵਿੱਚ 2 ਫੈਕਟਰੀਆਂ, ਇਹ 33 ਦੇ ਵਿੱਚ। ਤਾਂ ਉਹਨੇ ਆਹੀ ਪੁੱਛਿਆ ਸੀ ਵੀ 1625 ਤੋਂ ਪਹਿਲਾਂ ਕਿਹੜੀ ਫੈਕਟਰੀ ਸੀ ਮੇਨ, ਤਾਂ ਉਹਦੇ ਵਿੱਚ ਬੜੋਚ ਆ ਗਿਆ। ਬਾਕੀ ਦਾ ਨਾਮ ਇੱਥੇ ਦੇਖ ਲਓ, ਕਿਸੇ ਦੇ ਵਿੱਚ ਵੀ ਹੁਣ ਉਹ ਜਿਹੜੇ ਉੱਪਰ ਆਪਸ਼ਨ ਦਿੱਤੇ ਆ ਉਹ ਕਿਸੇ ਦਾ ਵੀ ਨਾਮ ਨਹੀਂ ਆਇਆ, ਨਾ ਤ੍ਰਿਚੋਪੱਲੀ ਦਾ ਆਇਆ, ਨਾ ਸਿਕਾਗੋਲ ਦਾ ਆਇਆ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਆਉਂਦਾ ਕੁਐਸਚਨ ਨੈਕਸਟ ਕੁਐਸਚਨ ਆਪਾਂ ਵੇਖਦੇ ਹਾਂ। ਆ ਦੇਖੋ ਜੀ 29ਵਾਂ ਨੰਬਰ ਕੁਐਸਚਨ, ਫਸਟ ਫੈਕਟਰੀ ਈਸਟ ਇੰਡੀਆ ਕੰਪਨੀ ਵਾਸ ਸਟੈਬਲਿਸ਼ ਕਿਹੜੀ ਸੀ, ਈਸਟ ਇੰਡੀਆ ਕੰਪਨੀ ਦੀ ਫਸਟ ਫੈਕਟਰੀ ਕਿਹੜੀ ਸੀ, ਤਾਂ ਇਹ ਤੁਸੀਂ ਯਾਦ ਰੱਖਣੀ ਹੈ ਜੀ। ਆਪਾਂ ਹੁਣੀ ਯਾਦ ਕਰਕੇ ਆਏ ਹਾਂ 1613 ਦੇ ਵਿੱਚ ਕਿਹੜੀ ਫੈਕਟਰੀ ਸੀ, ਇਹ ਹੈਗੀ ਸੀ ਜਿਹੜੀ ਪਰਮਾਨੈਂਟ ਫੈਕਟਰੀ, ਇਹ ਹੈਗੀ ਸੀ ਕਿਹੜੀ, ਸੂਰਤ ਦੇ ਵਿੱਚ। ਜੇ ਉਹਨੇ ਪੁੱਛ ਲਿਆ ਕਿ ਈਸਟ ਦੇ ਵਿੱਚ ਮਤਲਬ ਜਿਹੜਾ ਕਿ ਸਾਊਥ ਇੰਡੀਆ ਦੇ ਵਿੱਚ ਈਸਟ ਕੋਸਟ ਦੇ ਉੱਪਰ ਪਹਿਲੀ ਫੈਕਟਰੀ ਕਿਹੜੀ ਸੀ, ਤਾਂ ਆਊਗਾ ਮਸੂਲੀਪਟਨਮ, ਇਹ ਵੀ ਯਾਦ ਰੱਖਣਾ ਹੈ। ਵੈਸੇ ਅਦਰਵਾਈਜ਼ ਆਪਸ਼ਨ ਇਹਦਾ ਸੂਰਤ ਹੀ ਆਊਗਾ, ਬਾਕੀ ਜੇ ਮਸੂਲੀਪਟਨਮ ਆਪਸ਼ਨ 'ਚ ਦਿੱਤਾ ਹੋਏ ਤਾਂ ਸੂਰਤ ਤੋਂ ਪਹਿਲਾਂ ਮਸੂਲੀਪਟਨਮ ਇਹਨਾਂ ਦੀ ਫੈਕਟਰੀ ਸੀ, ਤਾਂ ਉਹ ਤੁਸੀਂ ਲਗਾਉਣੀ ਹੈ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਵਿਚ ਆਫ ਦਾ ਬ੍ਰਿਟਿਸ਼ ਆਫੀਸ਼ੀਅਲਸ ਡਿਫੀਟਡ ਦਾ ਪੁਰਤਗੀਜ਼ ਐਟ ਦਾ ਸ਼ਵੋਲੇ, ਆ ਗਿਆ ਨਾ ਪੇਪਰ 'ਚ ਕੁਐਸਚਨ ਉਹੀ ਸੇਮ, ਤਾਂ ਇਹ ਯਾਦ ਰੱਖਣਾ ਜੀ। ਇੱਥੇ ਥੋਮਸ ਬੈਸਟ ਨਾਮ ਦਾ ਇੱਕ ਪਰਸਨ ਸੀਗਾ, ਇਹਨੇ ਬੈਟਲ ਆਫ ਸ਼ਵੋਲੇ ਦੇ ਵਿੱਚ ਹਰਾਇਆ ਸੀ। ਜਿਹੜਾ ਆਪਾਂ ਪਿੱਛੇ ਮਿਡਲਟਨ ਪੜ੍ਹ ਕੇ ਆਏ, ਮਿਡਲਟਨ ਨੇ ਪਰਮਿਸ਼ਨ ਲੈ ਲਈ ਸੀ ਫੈਕਟਰੀ ਬਣਾਉਣ ਦੀ ਸੂਰਤ ਦੇ ਵਿੱਚ। ਠੀਕ ਹੈ, ਉਹਨੇ ਲੜਾਈ ਨਹੀਂ ਸੀ ਲੜੀ। ਥੋਮਸ ਬੈਸਟ ਸੀਗਾ ਜਿਹੜਾ ਮੇਨ ਪਰਸਨ ਸੀਗਾ, ਜਿਹੜਾ 5 ਜਹਾਜ਼ ਲੈ ਕੇ ਆਇਆ ਸੀਗਾ, ਉਹਦੇ ਵਿੱਚ ਇਹ ਕਾਮਯਾਬ ਹੋ ਗਿਆ ਸੀ
ਪੁਰਤਗੀਜ਼ ਨੂੰ ਹਰਾਉਣ ਦੇ ਵਿੱਚ, ਜਿੱਥੋਂ ਜਹਾਂਗੀਰ ਖੁਸ਼ ਹੋਇਆ ਸੀਗਾ, ਜਿਸ ਕਰਕੇ ਇਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਗਈ ਸੀ। ਠੀਕ ਹੈ ਜੀ, ਇਹ ਯਾਦ ਰੱਖਣਾ ਹੈ ਤੁਸੀਂ। ਉਸ ਤੋਂ ਬਾਅਦ ਆਉਂਦਾ ਕਿ ਵਿਚ ਆਫ ਦਾ ਫੋਲੋਇੰਗ ਯੂਰੋਪੀਅਨ ਟ੍ਰੇਡਿੰਗ ਦਾ ਫਸਟ ਇਸਟੈਬਲਿਸ਼ ਫੈਕਟਰੀ ਐਟ ਦਾ ਸੂਰਤ। ਕਿਹੜੇ ਯੂਰੋਪੀਅਨ ਸੀ ਜਿਨ੍ਹਾਂ ਨੇ ਸੂਰਤ ਦੇ ਵਿੱਚ ਫੈਕਟਰੀ ਸਟੈਬਲਿਸ਼ ਕੀਤੀ ਸੀ? 1613 ਦੇ ਵਿੱਚ ਸੂਰਤ ਦੇ ਵਿੱਚ ਫੈਕਟਰੀ ਕਿਹਨੇ ਸਟੈਬਲਿਸ਼ ਕੀਤੀ ਸੀ? ਬ੍ਰਿਟਿਸ਼ ਨੇ। ਆਈ ਹੋਪ ਕਿ ਤੁਹਾਨੂੰ ਇਹ ਕੁਐਸਚਨ ਕਿੰਨੀ ਵਾਰੀ ਰਿਪੀਟ ਹੋ ਗਿਆ, ਤੁਹਾਨੂੰ ਯਾਦ ਹੋ ਜਾਏਗਾ। ਦੇਖੋ 16 ਦੇ ਵਿੱਚ ਤਾਂ ਡੱਚ ਨੇ ਇਸਟੈਬਲਿਸ਼ ਕੀਤੀ ਸੀ ਸੂਰਤ ਦੇ ਵਿੱਚ ਫੈਕਟਰੀ 1616 ਦੇ ਵਿੱਚ, ਅਤੇ ਫਰੈਂਚ ਨੇ ਇਸਟੈਬਲਿਸ਼ ਕੀਤੀ ਸੀ ਸਨ 1668 ਦੇ ਵਿੱਚ। ਸਮਝ ਆ ਗਿਆ ਜੀ? 3 ਫੈਕਟਰੀਆਂ ਤਿੰਨੇ ਬੰਦਿਆਂ ਨੇ ਸਟੈਬਲਿਸ਼ ਕੀਤੀਆਂ ਨੇ, ਤਿੰਨੇ ਕੰਪਨੀਆਂ ਨੇ। ਸਭ ਤੋਂ ਪਹਿਲੀ ਕੰਪਨੀ ਈਸਟ ਇੰਡੀਆ ਕੰਪਨੀ ਹੈ, ਕਿਹੜੀ? ਬ੍ਰਿਟਿਸ਼ ਵਾਲੀ। ਉਸ ਤੋਂ ਬਾਅਦ ਉਹਦੇ 3 ਸਾਲਾਂ ਬਾਅਦ 1613 ਤੋਂ ਬਾਅਦ 3 ਸਾਲਾਂ ਬਾਅਦ 1600 ਦੇ ਵਿੱਚ ਕਿੰਨੇ ਕੀਤੀ ਹੈ? ਡੱਚ ਨੇ, ਕਿਉਂਕਿ ਡੱਚ ਨੂੰ ਰਿਪਲੇਸ ਕਰਨਗੇ ਬ੍ਰਿਟਿਸ਼ ਵਾਲੇ, ਕਿਉਂਕਿ ਇਹ ਮੈਂ ਤੁਹਾਨੂੰ ਦੱਸ ਚੁੱਕਿਆ ਪੁਰਤਗੀਜ਼ ਨੂੰ ਕਿਹਨਾਂ ਨੇ ਹਰਾਇਆ ਸੀ? ਡੱਚ ਨੇ। ਅਤੇ ਡੱਚ ਨੂੰ ਟੋਟਲੀ ਹਰਾ ਦੇਣਗੇ ਕੌਣ? ਬ੍ਰਿਟਿਸ਼। ਅਤੇ ਬ੍ਰਿਟਿਸ਼ ਦੇ ਲਾਸਟ ਦੇ ਵਿੱਚ ਫਰਾਂਸ ਵਾਲੇ ਰਹਿ ਜਾਣਗੇ। ਫਰਾਂਸ ਅਤੇ ਬ੍ਰਿਟਿਸ਼ ਦੀ ਲੜਾਈਆਂ ਆਪਸ ਦੇ ਵਿੱਚ ਹੋਣੀਆਂ, ਜਿਹਨੂੰ ਆਪਾਂ ਕਹਿੰਦੇ ਹਾਂ ਕਾਰਨੈਟਿਕ ਯੁੱਧ, ਕਾਰਨੈਟਿਕ ਦੀ ਲੜਾਈਆਂ। ਠੀਕ ਹੈ, ਇਹਨਾਂ ਤਿੰਨੇ ਕਰਨਾਟਕ ਦੀ ਲੜਾਈਆਂ ਦੇ ਵਿੱਚ ਬ੍ਰਿਟਿਸ਼ ਜਿੱਤਣਗੇ, ਫਰਾਂਸ ਟੋਟਲੀ ਬਿਲਕੁਲ ਇੱਥੋਂ ਖਤਮ ਹੋ ਜਾਣਗੇ। ਠੀਕ ਹੈ ਜੀ, ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਦੇਖੋ ਇੰਡੀਆ ਦੇ ਵਿੱਚ ਇਨ ਵਿਚ ਈਅਰ 1613 ਦੇ ਵਿੱਚ ਕਹਿੰਦਾ ਪਿਆ ਵੇਅਰ ਦੀ ਈਸਟ ਇੰਡੀਆ ਕੰਪਨੀ ਗਿਵ ਦਾ ਪਰਮਿਸ਼ਨ ਟੂ ਸੈਟ ਅਪ ਦਾ ਫੈਕਟਰੀ। ਫਿਰ ਉਹੀ ਘੁਮਾ ਫਿਰਾ ਕੇ ਜਿਹੜੀ ਕੁਐਸਚਨ ਦੇਖੋ IAS ਪ੍ਰੀ ਦੇ ਵਿੱਚ ਕੁਐਸਚਨ ਆਇਆ, ਤਾਂ ਯਾਦ ਰੱਖਿਆ ਸੂਰਤ ਇਹਦਾ ਮੇਨ ਆਨਸਰ ਹੈ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ ਬੰਬੇ ਵਾਸ ਟੇਕਨ ਓਵਰ ਬਾਏ ਦੀ ਈਸਟ ਇੰਡੀਆ ਕੰਪਨੀ ਫਰੋਮ ਦੀ। ਦੇਖੋ ਇੱਕ ਚੀਜ਼ ਹੋਰ ਦੱਸਦਾ, ਜਿਹੜਾ ਬੰਬੇ ਸੀਗਾ ਇਹ ਪਹਿਲਾਂ ਕਿੰਨਾ ਦਾ ਹੁੰਦਾ ਸੀਗਾ? ਇਹ ਪੁਰਤਗੀਜ਼ ਦਾ ਹੁੰਦਾ ਸੀਗਾ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਬੰਬੇ ਸੀ ਅਤੇ ਬ੍ਰਿਟਿਸ਼ ਦਾ ਰਾਜਾ ਜਿਹੜਾ ਸੀਗਾ ਉਹਦੀ ਪੁਰਤਗਾਲ ਦੀ ਰਾਣੀ ਦੇ ਨਾਲ ਵਿਆਹ ਹੋਇਆ ਸੀ, ਅਤੇ ਉਹ ਬੰਬੇ ਜਿਹੜਾ ਸੀਗਾ ਉਹ ਦਹੇਜ ਦੇ ਵਿੱਚ ਬ੍ਰਿਟਿਸ਼ ਨੂੰ ਦਿੱਤਾ ਗਿਆ ਸੀਗਾ। ਤਾਂ ਪਹਿਲਾਂ ਬੰਬੇ ਕਿਹਦਾ ਹੁੰਦਾ ਸੀਗਾ? ਬੰਬੇ ਜਿਹਨੂੰ ਆਪਾਂ ਅੱਜ ਦਾ ਮੁੰਬਈ ਕਹਿੰਦੇ ਹਾਂ। ਠੀਕ ਹੈ ਜੀ, ਇਹਦੇ ਬਾਰੇ ਯਾਦ ਰੱਖਣਾ। 7 ਟਾਪੂਆਂ ਦਾ ਸ਼ਹਿਰ ਵੀ ਕਹਿੰਦੇ ਹਾਂ, ਮਾਇਆ ਨਗਰੀ ਕਹਿੰਦੇ ਹਾਂ, ਬਾਲੀਵੁੱਡ ਨਗਰੀ ਵੀ ਕਹਿ ਦਿੰਦੇ ਹਾਂ। ਠੀਕ ਹੈ, ਕਾਫੀ ਬੈਂਕਾਂ ਦੇ ਹੈੱਡਕੁਆਟਰ ਵੀ ਇੱਥੇ ਨੇ। ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਦੇਖੋ ਬੰਬੇ ਵਾਸ ਗਿਵਨ ਦੀ ਡੋਰੀ ਗਿਫਟ। ਡੋਰੀ ਗਿਫਟ ਕਿਹੜਾ ਸ਼ਹਿਰ ਜਿਹੜਾ ਹੈ ਡੋਰੀ ਗਿਫਟ ਦੇ ਵਿੱਚ ਮਿਲਿਆ ਸੀ? ਕਿਹਨੂੰ? ਬ੍ਰਿਟਿਸ਼ ਨੂੰ, ਪੁਰਤਗੀਜ਼ ਤੋਂ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ, ਕਿਉਂਕਿ ਬ੍ਰਿਟਿਸ਼ ਦੇ ਜਿਹੜੇ HM ਚਾਰਲਸ ਨਾਮ ਦਾ ਜਿਹੜਾ ਕਿੰਗ ਸੀਗਾ ਇੰਗਲੈਂਡ ਦਾ, ਉਹਦਾ ਵਿਆਹ ਹੋਇਆ ਸੀ ਕੈਥਰੀਨ ਆਫ ਬਰਗੈਂਜ਼ਾ। ਕੈਥਰੀਨ ਰਾਣੀ ਸੀ ਬਰਗੈਂਜ਼ਾ, ਜਿਹੜੀ ਪੁਰਤਗੀਜ਼ ਦੀ ਰਾਣੀ ਸੀ, ਪ੍ਰਿੰਸੈਸ। ਠੀਕ ਹੈ, ਅਤੇ ਇਹ 1661 ਦੇ ਵਿੱਚ ਹੋਇਆ ਸੀਗਾ। ਅਤੇ ਚਾਰਲਸ 2 ਨੇ ਕੀ ਕੀਤਾ ਸੀ? ਇਹ ਬੰਬੇ ਜਿਹੜਾ ਸੀਗਾ ਇਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਦਿੱਤਾ ਸੀ 10 ਪਾਉਂਡ ਦੇ ਉੱਪਰ ਐਨੂਅਲ ਰੈਂਟ ਦੇ ਉੱਪਰ। ਠੀਕ ਹੈ, 1668 ਦੇ ਵਿੱਚ। ਠੀਕ ਹੈ, ਆਈ ਹੋਪ ਕਿ ਤੁਹਾਨੂੰ ਇਹ ਸਾਰਾ ਕੁਐਸਚਨ ਸਮਝ ਆ ਗਿਆ, ਮੈਂ ਪਹਿਲਾਂ ਹੀ ਦੱਸਤਾ ਸੀਗਾ ਤੁਹਾਨੂੰ। ਉਸ ਤੋਂ ਬਾਅਦ ਨੈਕਸਟ ਕੁਐਸਚਨ ਵੇਖਦੇ ਹਾਂ। ਨੈਕਸਟ ਕੁਐਸਚਨ ਦੇਖੀਏ, 2 ਕੁਐਸਚਨ ਰਹਿ ਗਏ ਨੇ ਆਪਣੇ। ਵਿਚ ਆਫ ਦਾ ਫੋਲੋਇੰਗ ਇੰਗਲਿਸ਼ ਗਵਰਨਰ ਇੰਡੀਆ ਕੰਪਨੀ ਇਨ ਦੀ ਇੰਡੀਆ ਵਾਸ ਐਕਸਪੈਲਡ ਬਾਈ ਦੀ ਔਰੰਗਜ਼ੇਬ। ਦੇਖੋ ਇਹ ਕਹਿੰਦਾ ਪਿਆ ਇਹ ਕੁਐਸਚਨ ਦੇ ਵਿੱਚ ਵੀ ਔਰੰਗਜ਼ੇਬ ਨੇ ਇੱਕ ਵਾਰੀ ਇੱਕ ਗਵਰਨਰ ਸੀ ਬ੍ਰਿਟਿਸ਼ ਦਾ, ਉਹਨੂੰ ਇੰਡੀਆ ਦੇ ਵਿੱਚੋਂ ਭਜਾਇਆ ਸੀਗਾ, ਮਤਲਬ ਉਹਨੂੰ ਸਜ਼ਾ ਦਿੱਤੀ ਸੀ। ਉਹਦੇ ਕੋਈ ਰੀਜ਼ਨ ਇਸ ਤਰ੍ਹਾਂ ਦਾ ਹੋ ਗਿਆ ਸੀ ਜਿਸ ਕਰਕੇ ਉਹਨੂੰ ਸਜ਼ਾ ਦਿੱਤੀ ਗਈ ਸੀ। ਉਹ ਕਿਹੜਾ ਗਵਰਨਰ ਜਨਰਲ ਸੀਗਾ? ਇਸ ਤਰ੍ਹਾਂ ਦਾ ਕੁਐਸਚਨ ਦੇਖੋ ਕਿਸੇ ਬੁੱਕ ਦੇ ਵਿੱਚ ਇਸ ਤਰ੍ਹਾਂ ਨਹੀਂ ਲਿਖਿਆ ਹੋਇਆ, ਪਰ ਇੱਥੇ ਹੁਣ ਤੁਸੀਂ MCQ ਲਗਾ ਰਹੇ ਹੋ ਤਾਂ ਤੁਹਾਨੂੰ ਕੀ ਦੇਖੋ MPPCS ਦੇ ਵਿੱਚ ਇਹ ਕੁਐਸਚਨ ਆਇਆ ਹੋਇਆ। ਉਸ ਤੋਂ ਬਾਅਦ ਦੇਖੋ ਇਹਦੇ ਵਿੱਚ ਕੀ ਕਹਿੰਦਾ, ਮਤਲਬ ਇਹ ਸਰ ਜੌਨ ਚਾਈਲਡ ਨਾਮ ਦਾ ਬੱਚਾ ਸੀ। ਦਿਮਾਗ ਕਹਿੰਦੇ ਨਾ, ਜਦ ਬੱਚਿਆਂ ਦਾ ਦਿਮਾਗ ਹੁੰਦਾ ਤਾਂ ਉਹ ਬੱਚਿਆਂ ਵਰਗੀ ਗੱਲ ਕਰਦੇ ਆ, ਤਾਂ ਇਸ ਤਰ੍ਹਾਂ ਯਾਦ ਰੱਖ ਸਕਦੇ ਹੋ ਕਿ ਸਨ ਜੌਨ ਚਾਈਲਡ ਨਾਮ ਦਾ ਇੱਕ ਪਰਸਨ ਸੀਗਾ, ਜਿਹਨੂੰ ਕੀ ਕੀਤਾ ਗਿਆ ਸੀ? ਔਰੰਗਜ਼ੇਬ ਸੀਗਾ, ਉਹਨੇ ਇਸ ਨੂੰ ਸਜ਼ਾ ਦਿੱਤੀ ਸੀ, ਜਿਸ ਦਾ ਰੀਜ਼ਨ ਦੱਸਾਂ ਮੇਰਾ ਕੀ ਸੀਗਾ। ਦੇਖੋ ਐਕਚੁਅਲ ਦੇ ਵਿੱਚ ਕੀ ਸੀਗਾ, ਬ੍ਰਿਟਿਸ਼ ਗਵਰਨਰ ਜਿਹੜਾ ਸੀਗਾ, ਬ੍ਰਿਟਿਸ਼ ਗਵਰਨਰ ਬੰਬੇ ਦਾ, ਉਹਦਾ ਨਾਮ ਸੀਗਾ ਜੌਨ ਚਾਈਲਡ। ਠੀਕ ਹੈ, ਜਿਸ ਨੂੰ ਬਸ ਸਜ਼ਾ ਦਿੱਤੀ ਗਈ ਹੈ। ਇਸ ਨੇ ਕੀ ਕੀਤਾ ਜੀ, ਮੁਗਲ ਪੋਰਟ ਦੇ ਉੱਪਰ ਬੰਬੇ ਦੇ ਵਿੱਚ ਵੈਸਟਰਨ ਕੋਰਟ, ਜਿਹੜਾ ਤੁਹਾਨੂੰ ਪਤਾ ਬੰਬੇ ਕਿੱਥੇ ਹੈ? ਵੈਸਟਰਨ ਕੋਰਟ ਦੇ ਉੱਪਰ ਹੈ। 1688 ਦੇ ਵਿੱਚ ਕੀ ਕੀਤਾ ਗਿਆ, ਜਿਹੜੇ ਮੱਕਾ ਦੇ ਵਿੱਚ ਜਾ ਰਹੇ ਸੀ ਲੋਕ, ਮੁਸਲਮਾਨ, ਤੁਹਾਨੂੰ ਪਤਾ ਮੱਕਾ ਦੇ ਵੱਲ ਜਾਂਦੇ ਨੇ, ਮੱਕਾ ਮਦੀਨਾ ਮੱਥਾ ਟੇਕਣ ਜਾਂਦੇ ਨੇ, ਉਹਨਾਂ ਦੇ ਵਿੱਚ ਕੀ ਕੀਤਾ ਕਿ ਔਰੰਗਜ਼ੇਬ ਉਸ ਟਾਈਮ ਦੇ ਵਿੱਚ ਉਹਨਾਂ ਮੱਕਾ ਦੇ ਜਿਹੜੇ ਸ਼ਰਧਾਲੂ ਸੀਗੇ, ਮੁਸਲਿਮ ਜਿਹੜੇ ਸ਼ਰਧਾਲੂ ਸੀਗੇ, ਉਹਨਾਂ ਨੂੰ ਰੋਕ ਲਿਆ, ਬੰਬੇ ਦੇ ਵਿੱਚ ਜਾਣ ਨਹੀਂ ਦਿੱਤਾ। ਅਤੇ ਇਸ ਦਾ ਗੁੱਸਾ ਆਇਆ ਕਿਹਨੂੰ? ਔਰੰਗਜ਼ੇਬ ਨੂੰ, ਕਿਉਂਕਿ ਔਰੰਗਜ਼ੇਬ ਤਾਂ ਵੈਸੇ ਵੀ ਇਸਲਾਮ ਧਰਮ ਨੂੰ ਮੰਨਦਾ ਸੀ, ਕੱਟੜ ਸੀਗਾ। ਇਹ ਨਕਸ਼ਵਾਦੀ ਸਿਲਸਿਲੇ ਨੂੰ ਮੰਨਦਾ ਸੀ। ਤੁਹਾਨੂੰ ਪਤਾ 12 ਸਿਲਸਿਲੇ ਹੋਏ ਨੇ, ਇਹਦੇ 'ਚ ਸਭ ਤੋਂ ਜਿਹੜਾ ਮੇਨ ਸੀਗਾ ਨਕਸ਼ਵਾਦੀ ਸਿਲਸਿਲੇ, ਉਹਨੂੰ ਮੰਨਦਾ ਸੀ, ਜਿਹੜਾ ਕੱਟੜ ਸੀਗਾ, ਕਾਫਿਰਾਂ ਦਾ ਦੇਸ਼ ਬਣਾਉਣਾ ਚਾਹੁੰਦਾ ਸੀਗਾ। ਇਹਨੇ ਆਪਣੀ ਰਿਲੀਜੀਅਸ ਪੋਲਿਸੀ, ਧਾਰਮਿਕ ਪੋਲਿਸੀ ਚਲਾ ਰੱਖੀ ਸੀ, ਸਾਰਿਆਂ ਨੂੰ ਕਨਵਰਟ ਕਰਨਾ। ਇਹਦੇ ਟਾਈਮ 'ਤੇ ਸਾਡੇ ਪੰਜਾਬ ਦੇ ਇੱਕ ਗੁਰੂ ਜਿਹੜੇ ਸੀਗੇ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਸੀ। ਇਹਨਾਂ ਦੇ ਕੌਣ ਸੀਗੇ? 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ। ਠੀਕ ਹੈ, ਚਾਂਦਨੀ ਚੌਂਕ ਦੇ ਵਿੱਚ। ਤਾਂ ਔਰੰਗਜ਼ੇਬ ਉਸ ਟਾਈਮ 'ਤੇ ਰਾਜਾ ਸੀਗਾ। ਉਸ ਤਰ੍ਹਾਂ ਦੇ ਰਾਜ ਦੇ ਵਿੱਚ ਕੋਈ ਬੰਦਾ ਮੰਨ ਲਓ ਬਾਹਰੋਂ ਕੰਪਨੀ ਦੇ ਵਿੱਚ ਆਇਆ ਹੋਵੇ ਅਤੇ ਉਹ ਕੀ ਕਰੇ, ਸ਼ਰਧਾਲੂਆਂ ਨੂੰ ਰੋਕ ਕੇ, ਤਾਂ ਉਹ ਚੀਜ਼ ਬਰਦਾਸ਼ਤ ਨਹੀਂ ਹੋਣ ਵਾਲੀ। ਇਸ ਕਰਕੇ ਉਹਨੂੰ ਸਜ਼ਾ ਦਿੱਤੀ ਗਈ ਸੀ ਸਰ ਜੌਨ ਚਾਈਲਡ ਨੂੰ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖ ਲਓ। ਉਸ ਤੋਂ ਬਾਅਦ ਆਉਂਦਾ ਹੈ ਕਿ ਵਿਚ ਆਫ ਦਾ ਫੋਲੋਇੰਗ ਵਾਸ ਦਾ ਇਮੀਡੀਏਟ ਕਾਜ਼ ਆਫ ਦਾ ਫਸਟ ਕਾਰਨੈਟਿਕ ਵਾਰ। ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦੂੰਗਾ ਕਿ ਪੁਰਤਗਾਲ ਆਈ ਸੀ, ਪੁਰਤਗਾਲ ਨੂੰ ਹਰਾਇਆ ਸੀਗਾ ਡੱਚ ਨੇ, ਅਤੇ ਡੱਚ ਨੂੰ ਹਰਾਤਾ ਸੀ ਬ੍ਰਿਟਿਸ਼ ਨੇ। ਇਹਨਾਂ ਦੇ ਵਿੱਚ ਇੱਕ ਬੰਦਾ ਹੋਰ ਆਇਆ ਸੀ, ਉਹਨਾਂ ਦਾ ਨਾਮ ਸੀ ਡੇਨਸ ਜਿਹੜੇ ਕੰਪਨੀ ਵਾਲੇ ਸੀ। ਇਹ ਸਿਰਫ ਕ੍ਰਿਸਚੈਨਿਟੀ ਨੂੰ ਫੈਲਾਉਣ ਦੇ ਵਿੱਚ ਹੀ ਰਹਿ ਗਏ ਇੰਡੀਆ ਦੇ ਵਿੱਚ, ਇਹਨਾਂ ਦਾ ਕੋਈ ਬਾਹਲਾ ਵਜੂਦ ਨਹੀਂ ਰਿਹਾ, ਇਸ ਕਰਕੇ ਇਹਨਾਂ ਨੂੰ ਘੱਟ ਹੀ ਆਪਾਂ ਪੜ੍ਹਦੇ ਹੁੰਦੇ ਹਾਂ। ਡੱਚ ਜਿਹੜੇ ਸੀ ਟੋਟਲੀ ਇੰਡੋਨੇਸ਼ੀਆ ਦੇ ਵਿੱਚ ਇਹਨਾਂ ਦੀ ਜ਼ਿਆਦਾ ਬਸਤੀਆਂ ਸੀ, ਇੰਡੀਆ ਦੇ ਵਿੱਚ ਜ਼ਿਆਦਾ ਬਸਤੀਆਂ ਸੀ ਬ੍ਰਿਟਿਸ਼ ਦੀਆਂ। ਇਹਨਾਂ ਆਪਸ ਦੀ ਬਾਅਦ ਦੇ ਵਿੱਚ ਲੜਾਈ ਹੁੰਦੀ ਹੈ, ਅਤੇ ਬ੍ਰਿਟਿਸ਼ ਨੂੰ ਸਾਰੀ ਕੰਪਨੀਆਂ ਇੰਡੀਆ ਦੀ
ਦੇ ਦਿੱਤੀਆਂ ਜਾਂਦੀਆਂ ਨੇ, ਅਤੇ ਜਿਹੜੀਆਂ ਡੱਚ ਨੂੰ ਸਾਰੀ ਕੰਪਨੀਆਂ ਇੰਡੋਨੇਸ਼ੀਆ ਦੀ ਦਿੱਤੀਆਂ ਜਾਂਦੀਆਂ ਨੇ। ਠੀਕ ਹੈ ਜੀ। ਇਸ ਕਰਕੇ ਬ੍ਰਿਟਿਸ਼ ਇੰਡੀਆ ਦੇ ਵਿੱਚ ਮੇਨ ਸੁਪਰ ਪਾਵਰ ਬਣਦੇ ਨੇ, ਕਿਉਂਕਿ ਇਹਨਾਂ ਦੇ ਅੱਗੇ ਸਿਰਫ ਫਰਾਂਸ ਵਾਲੇ ਰਹਿ ਗਏ ਸੀ। ਫਰਾਂਸ ਨਾਲ ਜਿਹੜੀ ਲੜਾਈਆਂ ਹੁੰਦੀਆਂ ਨੇ, ਉਹਨਾਂ ਸਾਰੀ ਲੜਾਈਆਂ ਦਾ ਜਿਹੜਾ ਨਾਮ ਹੈ, ਉਹਨਾਂ ਦਾ ਨਾਮ ਹੈ ਕਾਰਨੈਟਿਕ ਵੋਰ। ਅਤੇ ਕਾਰਨੈਟਿਕ ਦੀ ਲੜਾਈਆਂ ਹੋਈਆਂ ਨੇ 3। ਠੀਕ ਹੈ ਜੀ। ਇਹ ਕਿਹੜੇ ਏਰੀਏ ਦੇ ਵਿੱਚ ਹੋਈਆਂ ਨੇ ਤੁਹਾਨੂੰ ਪਤਾ ਹੋਏਗਾ। ਸਭ ਤੋਂ ਥੱਲੇ ਕੀ ਹੈ, ਤਮਿਲਨਾਡੂ ਵਾਲੇ ਏਰੀਆ ਨੂੰ ਅੱਜ ਤਾਂ ਆਪਾਂ ਕਹਿੰਦੇ ਕੋਰੋਮੰਡਲ ਤੱਟ, ਕੋਰੋਮੰਡਲ ਕੋਸਟ ਕਹਿੰਦੇ, ਕੋਰੋਮੰਡਲ। ਠੀਕ ਹੈ। ਠੰਡ ਦੇ ਵਿੱਚ ਇੱਕੋ ਹੀ ਥਾਂ 'ਤੇ ਇੰਡੀਆ ਦੇ ਵਿੱਚ ਬਾਰਿਸ਼ ਪੈਂਦੀ ਹੈ, ਜਿਸ ਦਾ ਨਾਮ ਹੈ ਕਿਹੜਾ, ਕੋਰੋਮੰਡਲ ਕੋਸਟ। ਪਰ ਪੁਰਾਣੇ ਟਾਈਮ ਦੇ ਵਿੱਚ ਇਸ ਨੂੰ ਕਿਹਾ ਜਾਂਦਾ ਸੀ ਨਾਰਦਰਨ ਸਰਕਾਰ। ਠੀਕ ਹੈ। ਕਾਰਨੈਟਿਕ ਏਰੀਆ ਕਿਹਾ ਜਾਂਦਾ ਸੀ। ਠੀਕ ਹੈ ਜੀ। ਤਾਂ ਇਸ ਏਰੀਏ ਦੇ ਵਿੱਚ ਲੜਾਈਆਂ ਹੋਈਆਂ ਸੀ ਫਰਾਂਸ ਦੀਆਂ, ਕਿਉਂਕਿ ਇੱਥੇ 2 ਸ਼ਹਿਰ ਨੇ। 2 ਸ਼ਹਿਰ ਕਿਹੜੇ ਨੇ, ਮਦਰਾਸ ਦੇ ਉੱਪਰ ਰਾਜ ਸੀਗਾ ਕਿਹਨਾਂ ਦਾ, ਜਿਹੜਾ ਚੇਨਈ ਸ਼ਹਿਰ ਹੈ ਇਹਦਾ ਓਲਡ ਨੇਮ ਕੀ ਹੈ, ਮਦਰਾਸ। ਇਹਦੇ ਉੱਪਰ ਰਾਜ ਸੀਗਾ ਬ੍ਰਿਟਿਸ਼ ਦਾ, ਅਤੇ ਇਹਦੇ ਥੱਲੇ ਨਾਲ ਹੀ ਉੱਪਰ ਕਰਕੇ ਵੀ ਹੈਗਾ ਸੀ ਪੌਂਡੀਚੇਰੀ ਦੇ ਵਿੱਚ ਸੀਗੇ ਫਰਾਂਸ। ਅਤੇ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਸੱਤਾ ਨੂੰ ਲੈ ਕੇ ਲੜਾਈ ਹੋ ਰਹੀ ਸੀ, ਕਿਉਂਕਿ ਮੇਨ ਕੰਪਨੀ ਕੌਣ ਇੰਡੀਆ 'ਚ ਰਾਜ ਕਰੇਗਾ, ਇਸ ਕਰਕੇ। ਤਾਂ ਕਾਰਨੈਟਿਕ ਵਾਰ ਇਸ ਨੂੰ ਕਹਿੰਦੇ ਆਪਾਂ। ਠੀਕ ਹੈ ਜੀ। ਅਤੇ ਫਸਟ ਕਾਰਨੈਟਿਕ ਵਾਰ ਦਾ ਕਾਰਨ ਕੀ ਸੀਗਾ, ਦੇਖੋ ਪੂਰੀ ਦੁਨੀਆ ਦੇ ਵਿੱਚ ਬ੍ਰਿਟਿਸ਼ ਅਤੇ ਫਰਾਂਸ ਇੱਕ ਦੂਜੇ ਦੇ ਸਾਹਮਣੇ ਲੜਦੇ ਸੀ। ਜਿੱਥੇ ਵੀ ਲੜਦੇ ਸੀ ਸਾਰੇ ਦੇਸ਼ਾਂ 'ਚ ਲੜ ਪੈਂਦੇ ਸੀਗੇ। ਇੰਡੀਆ ਦੇ ਵਿੱਚ ਯੂਰਪ ਦੇ ਵਿੱਚ ਪਹਿਲੀ ਲੜਾਈ ਹੋਈ ਸੀ ਬ੍ਰਿਟਿਸ਼ ਅਤੇ ਫਰਾਂਸ ਦੀ, ਕਿਸ ਨੂੰ ਲੈ ਕੇ, ਆਸਟਰੀਆ ਇੱਕ ਦੇਸ਼ ਹੈ, ਉਹਦੀ ਉੱਤਰਾਧਿਕਾਰ ਦੀ ਲੜਾਈ ਨੂੰ ਆਪਾਂ ਕੀ ਕਹਿੰਦੇ ਹਾਂ, ਆਸਟਰੀਅਨ ਵਾਰ ਆਫ ਸਕਸੈਸ਼ਨ। ਉਸੇ ਲੜਾਈ ਨੂੰ ਇੰਡੀਆ ਦੇ ਵਿੱਚ ਕਹਿੰਦੇ ਹਾਂ ਫਸਟ ਕਾਰਨੈਟਿਕ ਵਾਰ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ। ਟੋਟਲੀ ਮੈਂ ਸਾਰੀ ਚੀਜ਼ਾਂ ਡਿਫਾਈਨ ਕਰ ਦਿੱਤੀਆਂ ਨੇ। ਆਈ ਹੋਪ ਕਿ ਤੁਹਾਨੂੰ ਕਾਫੀ ਕੰਸੈਪਟ ਕਲੀਅਰ ਹੋਏ ਨੇ। ਵੀਡੀਓ ਕਿਵੇਂ ਲੱਗੀ ਪਲੀਜ਼ ਲਾਈਕ ਸ਼ੇਅਰ ਕਰਕੇ ਜ਼ਰੂਰ ਦੱਸਿਆ ਜੇ ਕਮੈਂਟ ਦੇ ਵਿੱਚ। ਅਤੇ ਇਸੇ ਤਰ੍ਹਾਂ ਦੀ ਵੀਡੀਓ, ਇਸ ਤੋਂ ਬਾਅਦ 15 ਕੁਐਸਚਨ ਆਪਣੇ ਹੋਰ ਰਹਿ ਗਏ ਨੇ। ਤਾਂ ਟੋਟਲੀ ਐਡਵੈਂਟ ਆਫ ਯੂਰੋਪੀਅਨ ਦੇ ਆਪਾਂ ਵਧੀਆ ਕੁਐਸਚਨ ਜਿਹੜੇ ਨੇ 50 ਕਰ ਲਏ ਨੇ। ਆਈ ਹੋਪ ਕਿ ਤੁਹਾਨੂੰ ਇਸ ਤੋਂ ਬਹੁਤ ਮਦਦ ਮਿਲੇਗੀ, ਅਤੇ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਫॉर ਵਾਚਿੰਗ।